ਸ਼ੁਰੂ ਸਾਹਿਬ ਬਹੁਤ ਵੱਡਾ ਫੈਸਲਾ 26 ਜਨਵਰੀ ਤੋਂ ਬਾਅਦ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਸੀ ਵੀ ਕੰਮ ਠੰਡਾ ਹੋ ਗਿਆ ਕਰਨਾ ਤਾਂ ਹੋ ਗਿਆ ਐਲਾਨ ਹਾਂਜੀ ਪਾਰਲੀਮੈਂਟ ਜਾਵਾਂਗੇ ਪਰ ਉਹ ਨੇਪਰੇ ਚੜਨਾ ਕਿੰਨੀ ਕੁ ਵੱਡੀ ਚੁਣੌਤੀ ਤੁਸੀਂ ਸਮਝਦੇ नहीं कोई चुनौती नहीं है। मुर्दाबाद तक के हालात आ गए 150 बंदा फड़ लिया जो का मत दोहराइए जिसका कोई फायदा नहीं है इस आंदोलन की। पार्लीमेंट ਨੂੰ घेर के बैठोगे हमला ਜਿਹੜਾ ਹੈ ਅੰਦੋਲਨ ਹੋਏਗਾ ਤੁਹਾਨੂੰ ਨਜ਼ਰ ਆਏਗਾ ਵੀ ਅੰਦੋलन है। बैरिकेड वगैरह होंगे तो ਉਹਨਾਂ ਦਾ ਕੀ ਹੱਲ ਹੋਊਗਾ तोड़ देंगे बैरिकेड भी पैदल के लिए भी कोई बैरिकेड होता है। ਸਰਕਾਰ ਵਾਸਤੇ ਇੱਕ ਵੱਡੀ ਚੁਣੌਤੀ ਇਸ ਸਟੇਟਮੈਂਟ ਤੋਂ ਬਾਅਦ ਬਣ ਜਾ चुनौती है या नहीं ਦਾ ਰਾਈਟ ਆਊਟ ਕਰਾਂਗੇ ਅਸੀਂ ਪੀਸਫੁਲ ਜਾਵਾਂਗੇ ਮਿਸ਼ਨ ਨਹੀਂ ਲਾਓਗੇ ਪੰਜਾਬ ਤੋਂ ਚੱਲ ਕੇ ਹਰਿਆਣੇ ਚੋਂ ਲੰਘਦੇ ਹੋਏ ਬੈਰੀਕੇਡ ਟੁੱਟਦੇ ਹੋਏ ਇੱਥੇ ਅਸੀਂ ਪਰਮਿਸ਼ਨ ਲੈ ਕੇ ਆਏ ਸੀ ਇਨਵਾਈਟ ਕਰਦੇ ਹੋ ਖੁੱਲੀ ਕੀ ਵੱਡੀ ਗਿਣਤੀ ਚ ਟੋਟਲ ਮੋਰਚੇ ਦਾ ਪ੍ਰੋਗਰਾਮ ਡਿਸਪਲਿਨ ਮੰਨ ਕੇ ਆਣਗੇ ਤਾਂ ਉਹ ਸਾਰੇ ਨੌਜਵਾਨ ਆਣ ਇਹਦੇ ਜੋ ਬੈਰੀਕੇਡ ਪੁੱਟੋਗੇ ਫਿਰ ਸ਼ਾਂਤੀ ਕਿਸ ਤਰ੍ਹਾਂ ਦੀ ਰਹੇ उस दिन भी बैरिकेड लगा था जी बिल्कुल वो तो हरियाणा के अंदर एंट्री नहीं करने दे रहे थे दिल्ली तो बड़ी दूर की बात हमारा सभी किसानों का एक ही मकसद है संसद का घेराव ਟਰੈਕਟਰ ਮਾਰਚ ਦਾ ਵੀ ਇਸੇ ਤਰ੍ਹਾਂ ਹੀ ਐਲਾਨ ਹੋਇਆ ਨੁਕਸਾਨ ਹੋਇਆ ਸੰਘਰਸ਼ ਦਾ ਤੁਹਾਨੂੰ ਵੀ ਪਤਾ ਇੰਜ ਤਾਂ ਨਹੀਂ ਕਹਿੰਦੇ ਜਿੱਦਾਂ ਟੁੱਡੂ ਸਾਹਿਬ ਕਹਿੰਦੇ ਵੀ ਲੋਕ ਆਪਣੇ ਆਪ ਰਾਹ ਲੱਭ ਜਿਹੜਾ ਕਿਹਾ ਸੀ ਵੀ ਅਸੀਂ ਤੁਹਾਡੇ ਤੋਂ ਜਿਹੜਾ ਕਿ ਮਨਜ਼ੂਰੀ ਲੈਣੀ ਹੈ ਮਨਜ਼ੂਰੀ ਲਓਗੇ ਜਾਂ ਨਹੀਂ बांध के जाएंगे नंगे होकर के कपड़ा अर्ध नंगन होकर के ਜੀ ਹੋ ਐਲਾਨ ਕਰ ਦਿੱਤਾ ਉੱਥੇ ਜਾਓਗੇ हाँ जी बिल्कुल जाएंगे जी ਦੀ ਉਹ ਕੋਸ਼ਿਸ਼ ਕਰਾਂਗੇ ਲਾਈਵ ਦੇਖ ਰਹੇ ਹੋ ਗੁਰਨਾਮ ਸਿੰਘ ਚੜੂਨੀ ਸਾਡੇ ਮੌਜੂਦ ਹੈ ਚੜੂਨੀ ਸਾਹਿਬ ਬਹੁਤ ਵੱਡਾ ਫੈਸਲਾ 26 ਜਨਵਰੀ ਤੋਂ ਬਾਅਦ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਸੀ ਵੀ ਕੰਮ ਠੰਡਾ ਹੋ ਗਿਆ ਤੁਹਾਨੂੰ ਵੀ ਪਤਾ ਹੀ ਹੈ ਕਾਫੀ ਕੰਮ ਠੰਡਾ ਹੋ ਗਿਆ ਸੀ ਤਾਂ ਇਹ ਫੈਸਲਾ ਕਿਸਾਨ ਲੀਡਰਾਂ ਵਾਸਤੇ ਕਿੰਨੀ ਕੁ ਵੱਡੀ ਚੁਣੌਤੀ ਹੈ ਵੀ ਇਹਨੂੰ ਨੇਪਰੇ ਚੜਨਾ ਐਲਾਨ ਕਰਨਾ ਤਾਂ ਹੋ ਗਿਆ ਐਲਾਨ ਹਾਂਜੀ ਪਾਰਲੀਮੈਂਟ ਜਾਵਾਂਗੇ ਪਰ ਉਹਨੂੰ ਨੇਪਰੇ ਚੜਨਾ ਕਿੰਨੀ ਕੁ ਵੱਡੀ ਚੁਣੌਤੀ ਤੁਸੀਂ ਸਮਝਦੇ ਹੋ नहीं कोई चुनौती नहीं है। क्या चुनौती है लोग तैयार हैं लीडर तैयार हैं फिर चुनौती किस बात की है। ਚੁਣੌਤੀ ਇਸ ਗੱਲ ਦੀ ਹੈ 26 ਵਾਲਾ ਵੀ ਤਿਆਰ ਸੀ ਸਾਰੇ ਪਰ ਉਸ ਤੋਂ ਬਾਅਦ ਇੱਕ ਦੂਜੇ ਨੂੰ ਗਦਾਰ ਜਿੰਦਾਬਾਦ ਮੁਰਦਾਬਾਦ ਤੱਕ ਦੇ ਹਾਲਾਤ ਆ ਗਏ 150 ਬੰਦਾ ਫੜ ਲਿਆ उन चीजों को आप मत छेड़िए उन चीजों को आप मत दोहराइए जिसका कोई फायदा नहीं है इस आंदोलन से। जो आज का पॉइंट है आप उस पे बात करिए। हमारा ये आंदोलन जो तय किया है ये होगा शांतिपूर्वक तरीके से होगा हम उसके लिए तैयारी कर रहे हैं सारे ਸ਼ਾਂਤੀਪੂਰਕ ਹੋਊਗਾ 26 ਜਨਵਰੀ ਦੇ ਵੀ ਟਰੈਕਟਰ ਮਾਰਚ ਸ਼ਾਂਤੀਪੂਰਕ ਕਿਸਾਨਾਂ ਨੇ ਕਿਹਾ ਸੀ ਜੋ ਹੋਇਆ ਆਪਾਂ ਉਹਨਾਂ ਤੇ ਗੱਲ ਨਹੀਂ ਕਰਾਂਗੇ ਪਰ ਇਹ ਜਿਹੜਾ ਮਾਰਚ ਹੈਗਾ ਤੁਸੀਂ ਪਾਰਲੀਮੈਂਟ ਨੂੰ ਘੇਰ ਕੇ ਬੈਠੋਗੇ ਕੁਝ ਸਮੇਂ ਵਾਸਤੇ ਹੋਊਗਾ ਕਿ ਜਾ ਕੇ ਮੁੜੋਗੇ ਕੁਝ ਅੰਦਾਜ਼ਾ ਹੈਗਾ ਜਾਂ ਅਜੇ ਪਲਾਨ ਕਰਨੇ ਸਾਰੇ ਉਹ ਕਰ ਲੈਣਗੇ ਯਾਰ ਦੋਵਾਂ ਦੱਸਿਆ ਵੀ ਅਜੇ ਕਮੇਟੀ ਅਸੀਂ ਬਣਾਣੀ ਹੈ ਤੇ ਆਪਾਂ ਸਾਰੇ ਸਟੈਪ ਦਰ ਸਟੈਪ ਸਾਰਾ ਕਰਾਂਗੇ ਤੇ ਮਾਮਲਾ ਜਿਹੜਾ ਹੈ ਅੰਦੋਲਨ ਹੋਏਗਾ ਤੁਹਾਨੂੰ ਨਜ਼ਰ ਆਏਗਾ ਵੀ ਅੰਦੋਲਨ ਹੈ ਜੀ ਤਾਂ ਅੰਦਾਜ਼ਾ ਤੁਸੀਂ ਜਿਸ ਤਰ੍ਹਾਂ 26 ਨੂੰ ਤੁਸੀਂ ਕਿਹਾ ਸੀ ਵੱਧ ਤੋਂ ਵੱਧ ਲੋਕ ਆਓ ਵੱਧ ਤੋਂ ਵੱਧ ਲੋਕ ਆਓ ਤਾਂ ਹੁਣ ਵੀ ਕਹੋਗੇ ਵੀ ਵੱਧ ਤੋਂ ਵੱਧ ਲੋਕ ਆਉਣ ਜਾਂ ਕੁਝ ਹੁਣ ਅਸੀਂ ਇਹ ਕਹਾਂਗੇ ਉਸ ਤੋਂ ਵੀ ਵੱਧ ਆਓ जितने ज्यादा आ सकते हैं उतने ज्यादा पहुंचे जी और जो तारीख देंगे उससे एक दिन पहले पहुंचे उससे 2 दिन पहले पहुंचे उससे कई दिन पहले पहुंचे क्योंकि दूर दूर से आना रास्ते में पुलिस रोक सकती है उसके पहले पहुंचे और यहाँ से मार्च जिस तरीके को करेंगे उसके 2 दिन पहले यहाँ पे पहुंच जाने चाहिए। ਤੁਸੀਂ ਪਾਰਲੀਮੈਂਟ ਜਾਣਾ ਪਾਰਲੀਮੈਂਟ ਵੀ ਇੱਥੋਂ ਜਿਹੜਾ ਲਗਭਗ ਹੈ 35 ਤੋਂ 40-45 ਕਿਲੋਮੀਟਰ ਪੈ ਜਾਂਦਾ ਜੇ ਰਸਤੇ 'ਚ ਬੈਰੀਕੇਡ ਵਗੈਰਾ ਹੋਣਗੇ ਤਾਂ ਉਹਨਾਂ ਦਾ ਕੀ ਹੱਲ ਹੋਊਗਾ अरे यार 2 दिन में चले जाएंगे ਜੇ ਬੈਰੀਕੇਡ ਹੋਣਗੇ ਫਿਰ बैरिकेड होंगे तो तोड़ देंगे बैरिकेड भी पैदल के लिए भी कोई बैरिकेड होता है ਪੁਲਿਸ ਲਗਾ ਸਕਦੀ ਹੈ इधर से होकर निकल जाएंगे उधर से होकर निकल जाएंगे ਤਾਂ ਜਾਣਾ ਪਾਰਲੀਮੈਂਟ ਜਾਇਆ ਹੀ ਜਾਊਗਾ जाना है पार्लियामेंट ਤਾਂ ਭਾਰਤੀ ਸਰਕਾਰ ਵਾਸਤੇ ਇੱਕ ਵੱਡੀ ਚੁਣੌਤੀ ਇਸ ਸਟੇਟਮੈਂਟ ਤੋਂ ਬਾਅਦ ਬਣ ਜਾਣੀ ਹੈ ਤੁਸੀਂ ਅੰਦਾਜ਼ਾ नहीं ਲਾ पता नहीं उनकी चुनौती है या नहीं है वो तो उनको पता होगा चुनौती क्या पहले बात मान लो चुनौती किस बात की थी वो उनके उन्होंने बहुत से एजिटेशन देखे चुनौती किस बात की ਅਸੀਂ थी ਆਪਣਾ ਅੰਦੋਲਨ ਕਰਨਾ ਚੁਣੌਤੀ ਲੈਣ ਚਾਹ ਨਾ ਲੈਣ ਸਾਨੂੰ ਅੰਦੋਲਨ ਕਰਨ ਦਾ ਰਾਈਟ ਆ ਉਹ ਕਰਾਂਗੇ ਅਸੀਂ ਪੀਸਫੁਲ ਜਾਵਾਂਗੇ ਅੰਦੋਲਨ ਕਰਨ ਦਾ ਰਾਈਟ ਹੈ ਪੰਗੂ ਸਾਹਿਬ ਰਾਈਟ ਹੈ ਸ਼ਾਂਤਮਈ ਰਹੂਗਾ ਪੰਗੂ ਹਾਂ ਸਾਹਿਬ ਸ਼ਾਂਤਮਈ ਰਹੇਗਾ ਸਾਡਾ ਜੀ ਤਾਂ 26 ਦਾ ਵੀ ਅਸੀਂ ਤਾਂ ਇਹਦੀ ਤੁਲਨਾ ਉਹਦੇ ਨਾਲ ਕਰਦੇ ਹਾਂ ਕਿਉਂਕਿ ਇੱਕ ਬੜਾ ਵੱਡਾ ਪ੍ਰੋਗਰਾਮ ਸੀ ਦਿੱਲੀ ਜਾਣਾ ਹੀ ਜਿਹੜੀ ਹੈ ਉਹ ਇੱਕ ਕਾਲ ਦੇਣੀ ਬੜੀ ਵੱਡੀ ਗੱਲ ਹੈ ਕਿਉਂਕਿ ਸਰਕਾਰ ਔਰ ਬਹੁਤ ਸਾਰੇ ਭਾਰਤ ਪੱਖੀ ਲੋਕ ਉਹ ਜਿਹੜੇ ਕਹਿੰਦੇ ਸੀ ਵੀ ਇਹ ਸ਼ਰਾਰਤੀ ਲੋਕ ਨੇ ਇਹ ਫਲਾਣੇ ਹੈ ਮਾਹੌਲ ਖਰਾਬ ਕਰਦੇ 26 ਦਾ ਕੁਝ ਡਿਫਰੈਂਟ ਸੀ 26 ਇੱਕ ਪਰੇਡ ਸੀ ਜੀ ਪਰੇਡ ਲਈ ਇੱਕ ਸਪੈਸੀਫਿਕ ਰੂਟ ਚਾਹੀਦਾ ਉਹ ਰੂਟ ਲਈ ਨੈਗੋਸ਼ੀਏਸ਼ਨ ਹੋ ਗਈ ਸੀ ਉਹ ਰੂਟ ਮਿਲਿਆ ਸੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਉਹਦੇ ਵਿੱਚ ਵਿਗਾੜ ਪਾਇਆ ਤਾਂ ਹੀ ਉਹ ਘਟਨਾ ਵਾਪਰੀ ਹੈ ਤਾਂ ਸੰਸਦ ਮਾਰਚ ਦਾ ਉਹ ਜਿਹਾ ਪ੍ਰੋਗਰਾਮ ਨਹੀਂ ਹੈ ਦੇਖੋ ਜੀ ਉਹ ਇੱਕ ਮਾਰਚ ਸੀ ਪਰ ਇਹ ਤੁਸੀਂ ਸੰਸਦ ਭਵਨ ਜਾਣਾ ਵੀ ਤਾਂ ਸੇਮ ਹੀ ਹੈ ਮਾਰਚ ਹੈ ਇਹ ਪ੍ਰੋਗਰਾਮ ਇੱਕ ਪੈਦਲ ਹੈ ਜੀ ਪੈਦਲ ਪ੍ਰੋਗਰਾਮ ਹੈ ਸ਼ਾਂਤਮਈ ਹੈ ਸਿੱਧਾ ਅਸੀਂ ਜਾਣਾ ਉੱਥੇ ਅਸੀਂ ਕੋਈ ਪਰਮਿਸ਼ਨ ਨਹੀਂ ਕੋਈ ਉਹ ਨਹੀਂ ਹੈ ਜਾਣ ਦੀ ਪਰਮਿਸ਼ਨ ਨਹੀਂ ਲਓਗੇ ਤੁਸੀਂ ਜਾਣ ਦੀ ਪਰਮਿਸ਼ਨ ਸੰਸਦ ਮਾਰਚ ਕੀ ਹੁੰਦੀ ਹੈ ਇੱਕ ਹੈ ਜੀ 26 ਨੂੰ ਵੀ ਤੁਸੀਂ ਲਈ ਸੀ ਪੁਲਿਸ ਨੇ ਨਹੀਂ ਦਿੱਤੀ ਨਹੀਂ ਅਸੀਂ ਪੰਜਾਬ ਤੋਂ ਚੱਲ ਕੇ ਹਰਿਆਣੇ ਚੋਂ ਲੰਘਦੇ ਹੋਏ ਬੈਰੀਕੇਡ ਟੁੱਟਦੇ ਹੋਏ ਇੱਥੇ ਅਸੀਂ ਪਰਮਿਸ਼ਨ ਲੈ ਕੇ ਆਏ ਸੀ ਜੀ ਤੇ ਫਿਰ 26 ਵਾਲੇ ਵੀ ਤਾਂ ਸੇਮ ਹੀ ਨੌਜਵਾਨ ਅੱਗੇ ਚਲੇ ਗਏ ਪਰੇਡ ਸੀ 26 ਵਾਲੀ ਪਰੇਡ ਹੁੰਦੀ ਹੈ ਕਿ ਸਪੈਸੀਫਿਕ ਉਹਦੇ ਲਈ ਪਰਮਿਸ਼ਨ ਹੋਇਆ ਕਰਦੀ ਤੁਸੀਂ ਤੁਰ ਕੇ ਜਾਣਾ ਰੂਟ ਹੈ ਜੀ ਹੁਣ ਅਸੀਂ ਰੂਟ ਥੋੜਾ ਮੰਗਿਆ
ਪਰ ਤੁਸੀਂ ਪਾਰਲੀਮੈਂਟ ਨੂੰ ਜਾਓਗੇ, ਕੋਈ ਰੂਟ ਤੇ ਹੋਊਗਾ ਜਾਣ ਦਾ, ਕੋਈ ਰਸਤੇ ਤੋਂ ਲੰਘ ਕੇ ਉਹ ਜਾਓਗੇ। ਲੋਕਾਂ ਨੇ ਆਪਣੇ ਆਪ ਰੂਟ ਲੱਭ ਲੈਣੇ ਆ, ਪਬਲਿਕ ਆਪਣੇ ਆਪ ਰਾਹ ਲੱਭਦੀ ਹੈ, ਜਿਹੜੀ ਲੋਕ ਸ਼ਕਤੀ ਉਹ ਬੜੀ ਮਹਾਨ ਹੁੰਦੀ ਹੈ, ਬੜੀ ਪਬਲਿਕ ਆਪਣੇ ਆਪ ਲੱਭੂਗੀ, ਕਿਤੇ 26 ਜਨਵਰੀ ਵਾਲੀ ਨਾ ਲੱਭ ਲੈ ਪਬਲਿਕ ਆਪਣੇ ਆਪ, ਉਦੋਂ ਵੀ ਤਾਂ ਲੋਕਾਂ ਨੇ ਆਪਣੇ ਆਪ ਹੀ ਲੱਭੇ ਸੀ। ਲੀਡਰਸ਼ਿਪ ਅੱਗੇ ਹੋਏਗੀ, ਸਾਡੇ ਵਲੰਟੀਅਰ ਹੋਣਗੇ, ਪੂਰਾ ਜਾਬਤਾ ਕਾਇਮ ਉਹ ਹੋਏਗਾ। ਮੰਗ ਤਾਂ ਨਹੀਂ ਹੋਊਗਾ ਕਿ ਤਾਂ ਤੁਸੀਂ 10 ਵਜੇ ਤੋਂ ਲੋਕ 6 ਵਜੇ ਪਹਿਲਾਂ ਵੀ ਪਹੁੰਚ ਗਏ ਸੀ। ਬਿਲਕੁਲ ਨਹੀਂ ਹੁੰਦਾ ਹੈ, ਤੁਸੀਂ ਦੇਖੋਗੇ ਇਸ ਵਾਰ ਉਸ ਜੇ ਰਾਹ 'ਚ ਬੈਰੀਕੇਡ ਲੱਗੇ ਹੋਣਗੇ ਤਾਂ ਕੀ ਹੱਲ ਹੋਊਗਾ? ਚੜੂਨੀ ਸਾਹਿਬ ਕਹਿੰਦੇ ਸੀ ਤੋੜ ਦਿਆਂਗੇ। ਆਪਣੇ ਆਪ ਹਟ ਜਾਣਗੇ ਲੋਕਾਂ ਦੀ, ਜਿਹੜੇ ਲੱਖਾਂ ਲੋਕ ਜਾਂ ਪੈਦਲ ਤੁਰਦੇ ਆ ਨਾ, ਤਾਂ ਆਪੇ ਆਪ ਬੈਰੀਕੇਡ ਹਟ ਜਾ ਕਰਦੇ ਆ। ਕੋਈ ਨਹੀਂ, ਬੈਰੀਕੇਡ ਹਟ ਜਾਣਗੇ ਤਾਂ ਹਟ ਜਾਣਗੇ। ਜੀ ਕੋਈ ਐਸੀ ਗੱਲ ਨਹੀਂ। ਪਾਰਲੀਮੈਂਟ ਨੂੰ ਘੇਰ ਕੇ ਲਗਾਤਾਰ ਉੱਥੇ ਪੱਕਾ ਮੋਰਚਾ ਲਾਇਆ ਜਾਊਗਾ, ਕੀ ਅੰਦਾਜ਼ਾ ਲਾ ਦੇਖਾਂਗੇ ਹਾਲਾਤ ਕਿਹੋ ਜਿਹੇ ਬਣਦੇ ਨੇ ਉੱਥੇ, ਕਿਹੋ ਜਿਹੇ ਹਾਲਾਤ ਬਣਦੇ ਨੇ ਦੇਖਾਂਗੇ ਉੱਥੇ ਮੌਕੇ ਦੇ ਉੱਪਰ। ਉੱਥੇ ਧਰਨਾ ਵੀ ਦਿੱਤਾ ਜਾ ਸਕਦਾ, ਮੋਰਚਾ ਵੀ ਲੱਗ ਸਕਦਾ, ਵਾਪਸੀ ਵੀ ਹੋ ਸਕਦੀ ਹੈ, ਮੌਕੇ ਦੇ ਉੱਪਰ ਫੈਸਲਾ ਹੈ ਲੀਡਰਸ਼ਿਪ। ਹੁਣ 1 ਮਹੀਨਾ ਪਹਿਲਾਂ ਸਾਰੇ ਫੈਸਲੇ ਕਿਸ ਤਰ੍ਹਾਂ ਕਰਦੀ ਹੈ, ਕਿਸ ਤਰ੍ਹਾਂ ਸਿਚੁਏਸ਼ਨ ਉੱਥੇ ਡਿਵੈਲਪ ਹੁੰਦੀ ਹੈ, ਕਿਹੋ ਜਿਹੇ ਹਾਲਾਤ ਪੈਦਾ ਹੁੰਦੇ, ਉਸ ਹਾਲਾਤ ਫੈਸਲਾ ਜਾਏਗਾ। ਪੰਗੂ ਸਾਹਿਬ ਇੱਕ ਹੋ ਰਿਹਾ ਜਿਹੜਾ ਕਿ ਜਿੱਦਾਂ 26 ਵੇਲੇ ਸੀਗਾ, ਹੁਣ ਚੜੂਨੀ ਸਾਹਿਬ ਨੇ ਕਿਹਾ ਵੀ ਜਿੰਨੇ 26 ਨੂੰ ਆਏ ਸੀ ਉਦੋਂ ਵੀ ਵੱਧ ਆਓ, ਲੋਕ ਬਹੁਤ ਜ਼ਿਆਦਾ ਆ ਜਾਣਗੇ, ਉਹਨਾਂ ਨੂੰ ਕੰਟਰੋਲ ਕਰਨਾ ਬੜੀ ਵੱਡੀ ਹੋ ਜਾਣੀ ਆ। ਜਿੱਦਾਂ ਤੁਸੀਂ ਕਿਹਾ ਵੀ ਲੋਕ ਆਪਣੇ ਆਪ ਰਾਹ ਲੱਭਣਗੇ, ਉਹ ਨਾ ਹੋਵੇ ਕਿ ਲੋਕ ਰਾਹ ਲੱਭ ਕੇ ਚੱਲ ਜਾਣ, ਫਿਰ ਹੁਣ ਪਹਿਲਾਂ ਕੋਈ ਗਿਦਾਰ ਨਾ ਕਹਿ ਜਾਵੇ। ਕੋਈ ਔਖਾ ਨਹੀਂ, ਸਾਰੇ ਦੇਸ਼ ਦੇ ਵਿੱਚ ਲੋਕ ਬਹੁਤ ਸਾਵਧਾਨ ਨੇ। ਬੜਾ 2-2.5 ਮਹੀਨਿਆਂ ਦੇ ਵਿੱਚ 3 ਮਹੀਨੇ ਹੋ ਜਾਣੇ ਜਦ ਤੱਕ ਬਹੁਤ ਸਬਕ ਲੋਕਾਂ ਨੇ ਸਿੱਖ ਲਿਆ, ਬੜਾ ਕੁਝ ਭੁਗਤ ਲਿਆ ਉਹਨਾਂ ਘਟਨਾਵਾਂ ਤੋਂ। ਹੁਣ ਕੋਈ ਦੁਹਰਾਉਣ ਲਈ ਤਿਆਰ ਨਹੀਂ ਹੈ। ਸਾਰੇ ਦੇਸ਼ ਦੇ ਵਿੱਚੋਂ ਇਕੱਲੇ ਕਿਸਾਨ ਨਹੀਂ, ਜਿਵੇਂ ਦੱਸਿਆ ਗੁਰਨਾਮ ਸਿੰਘ ਉਹਨਾਂ ਨੇ, ਮਜ਼ਦੂਰ, ਵਿਦਿਆਰਥੀ, ਨੌਜਵਾਨ ਬੜੀ ਵੱਡੀ ਗਿਣਤੀ ਜਾਣਗੇ। ਇਕੱਲੇ ਪੰਜਾਬ ਹਰਿਆਣਾ ਸਾਰੇ ਦੇਸ਼ ਚੋਂ ਆਉਣਗੇ। ਤੁਸੀਂ ਦੇਖੋਗੇ ਬਹੁਤ ਲਾਭਦਾਇਕ ਇਕੱਠ ਹੋਏਗਾ। ਲੋਕ ਪਹਿਲਾਂ ਵੀ ਆਏ ਸੀ, ਪਰ ਕੰਟਰੋਲ ਕਰਨਾ ਤੁਹਾਡੇ ਵਾਸਤੇ ਬੜੀ ਵੱਡੀ ਜਿਹੜੀ ਜ਼ਿੰਮੇਵਾਰੀ। ਪਹਿਲਾਂ ਟਰੈਕਟਰ ਸੀ, ਸਾਡੇ ਹੁਣ ਟਰੈਕਟਰ ਨਹੀਂ ਹੈ, ਪਹਿਲਾਂ ਟਰੈਕਟਰ ਮਾਰ ਸੀ। ਲੋਕ ਤਾਂ ਪੰਗੂ ਸਾਹਿਬ ਉਸ ਤੋਂ ਵੱਧ ਆ ਜਾਣੇ ਤਾਂ ਜ਼ਿੰਮੇਵਾਰੀ ਤੇ ਬੜੀ ਵੱਡੀ ਬਣ ਜਾਂਦੀ ਹੈ। ਮੈਂ ਜ਼ਿੰਮੇਵਾਰੀ ਬਣਦੀ ਹੈ, ਸੰਯੁਕਤ ਮੋਰਚਾ ਜ਼ਿੰਮੇਵਾਰੀ ਲਏਗਾ। ਅਸੀਂ ਡਿਸਪਲਿਨਰੀ ਕਮੇਟੀ ਬਣਾਈ ਹੈ, ਵਲੰਟੀਅਰ ਬਹੁਤ ਵੱਡੇ ਹੋਣਗੇ, ਸਾਡੇ ਕੋਲ ਸਮਾਂ ਬਹੁਤ ਹੈ, 1 ਮਹੀਨਾ ਸਮਾਂ ਸਾਡੇ ਕੋਲ। ਇਸ ਤੋਂ ਬਾਅਦ ਤਾਂ ਇਸ ਲਈ ਤਾਂ ਇਸ ਵਾਰ ਐਲਾਨ ਐਡਵਾਂਸ ਕਰ ਦਿੱਤਾ ਗਿਆ, ਜਿੱਦਾਂ ਪਿਛਲੀ ਵਾਰੀ 25 ਤਰੀਕ ਸ਼ਾਮ ਨੂੰ ਦੱਸਿਆ ਸੀ ਵੀ ਆਹ ਰੂਟ ਰਿਹਾ, ਨਾ ਕੋਈ ਇਹਦਾ ਰੂਟ ਮੈਪ ਸੀ, ਤਾਂ ਇਸ ਵਾਰ ਉਹ ਚੀਜ਼ਾਂ ਨਹੀਂ ਹੋਣਗੀਆਂ। ਬਿਲਕੁਲ ਨਹੀਂ, ਬਿਲਕੁਲ ਨਹੀਂ। ਇਹ ਇਸੇ ਲਈ ਪਹਿਲਾਂ ਐਲਾਨ ਕੀਤਾ ਕਿ ਤਿਆਰੀ ਵੱਡੀ ਹੋਵੇ। ਥਾਂ ਡਿਫਰੈਂਟ ਸਟੇਟਸ ਦੇ ਮੀਟਿੰਗ ਹੋਣਗੀਆਂ, ਥਾਂ ਕਨਵੈਨਸ਼ਨਾਂ ਹੋਣਗੀਆਂ, ਉਹਨਾਂ ਨੂੰ ਸਾਰਿਆਂ ਨੂੰ ਆਰਗੇਨਾਈਜ਼ ਕਰਕੇ ਲਿਆਏਂਗੇ। ਇਹ ਇਸ ਵਾਰ ਆਰਗੇਨਾਈਜ਼ਡ ਫੋਰਸ ਹੋਏਗੀ, ਅਨਆਰਗੇਨਾਈਜ਼ਡ ਨਹੀਂ ਹੋਏਗੀ। ਨੌਜਵਾਨਾਂ ਨੂੰ ਵੀ ਤੁਸੀਂ ਇਨਵਾਈਟ ਕਰਦੇ ਹੋ ਖੁੱਲੀ ਕੀ ਵੱਡੀ ਗਿਣਤੀ ਟੋਟਲ ਨੌਜਵਾਨ ਜਿਹੜੇ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਡਿਸਪਲਿਨ ਮੰਨ ਕੇ ਆਣਗੇ, ਤਾਂ ਉਹ ਸਾਰੇ ਨੌਜਵਾਨ ਆਣਗੇ। ਜਿਹੜਾ ਡਿਸਪਲਿਨ ਨਹੀਂ ਮੰਨੇਗਾ ਤਾਂ ਉਹਦੇ ਅਨੁਸਾਰ ਫਿਰ ਆਪਣਾ ਦੇਖਾਂਗੇ, ਇਸ ਤਰ੍ਹਾਂ ਸਿਸਟਮ ਡਿਵੈਲਪ ਹੁੰਦੀ ਹੈ, ਇਹਦੇ ਵਿੱਚ ਨਹੀਂ ਆਉਣ ਦੇਵਾਂਗੇ। ਤਾਂ ਪਾਰਲੀਮੈਂਟ ਘੇਰਨ ਦਾ ਜਿਹੜਾ ਇੱਕ ਵੱਡਾ ਐਲਾਨ ਹੋ ਚੁੱਕਿਆ। ਅਸੀਂ ਦਿੱਲੀ ਪਹੁੰਚੇ ਹੋਏ ਆ। 26 ਜਨਵਰੀ ਤੋਂ ਬਾਅਦ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਬਹੁਤ ਵੱਡੀ ਗੱਲ ਆ, ਭਾਰਤੀ ਸਰਕਾਰ ਦੇ ਵਾਸਤੇ ਇੱਕ ਵੱਡੀ ਚੇਤਾਵਨੀ ਕਹਿ ਸਕਦੇ ਆ। ਪਾਰਲੀਮੈਂਟ ਸੰਸਦ ਭਵਨ ਕੂਚ ਕਰਨ ਦਾ ਐਲਾਨ ਜਿਹੜਾ ਉਹ ਗੁਰਨਾਮ ਸਿੰਘ ਚੜੂਨੀ ਨੇ ਸੰਯੁਕਤ ਕਿਸਾਨ ਮੋਰਚਾ ਦੀ ਗੁਪਤ ਮੀਟਿੰਗ ਤੋਂ ਬਾਅਦ ਕੀਤਾ। ਮਈ ਦੇ ਮਹੀਨੇ ਦੇ ਵਿੱਚ ਪਾਰਲੀਮੈਂਟ ਨੂੰ ਜਿਹੜਾ ਕਿ ਕਿਸਾਨ ਕੂਚ ਕਰਨਗੇ, ਮਾਰਚ ਜਿਹੜਾ ਉਹ ਪੈਦਲ ਹੋਏਗਾ। ਹੋਰ ਵੀ ਬਹੁਤ ਸਾਰੇ ਫੈਸਲੇ ਹੋਏ ਨੇ, ਵਿਸਾਖੀ ਦੇ ਮੌਕੇ ਤੇ ਫੈਸਲਾ ਹੋਇਆ ਕਿਉਂਕਿ ਜਿਹੜੀ ਖਾਲਸਾ ਸਾਜਨਾ ਦਿਵਸ ਸਿੱਖ ਸੱਭਿਆਚਾਰ ਦਾ ਬਹੁਤ ਅਹਿਮ ਦਿਹਾੜਾ ਹੈ। ਨਾਲ ਹੀ 13 ਅਪ੍ਰੈਲ 1919 ਜਿਹੜੇ ਸ਼ਹੀਦਾਂ ਦੀ ਯਾਦ ਵੀ ਹੈ। ਕਈ ਸਾਰੇ ਦਿਹਾੜੇ ਜਿਹੜੇ ਆ ਉਹ ਮਨਾਏ ਜਾਣਗੇ, ਪਰ ਸਭ ਤੋਂ ਵੱਡਾ ਐਲਾਨ ਜਿਹੜਾ ਅੱਜ ਦੀ ਮੀਟਿੰਗ ਦੇ ਵਿੱਚ ਉਹ ਇਹੀ ਹੈ ਕਿ ਸੰਸਦ ਭਵਨ ਕੂਚ ਕਰਨ ਦਾ ਐਲਾਨ ਜਿਹੜਾ ਕੀਤਾ ਜਾਊਗਾ। ਬਹੁਤ ਸਾਰੇ ਕਿਸਾਨ ਲੀਡਰ ਇੱਥੇ ਮੌਜੂਦ ਨੇ। 26 ਤੋਂ ਬਾਅਦ ਇੱਕ ਵੱਡੀ ਜਿਹੜੀ ਕਿ ਗੱਲਬਾਤ ਜਿਹੜੀ ਸਾਹਮਣੇ ਆਉਂਦੀ ਸੀ ਵੀ ਜਿਹੜੇ ਨੌਜਵਾਨ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਜਿਹੜੀ ਬਾਹ ਉਹ ਕੌਣ ਫੜੇਗਾ, ਜਾਂ ਵੱਡੀ ਗਿਣਤੀ 'ਚ ਲੋਕਾਂ ਨੂੰ ਇਨਵਾਈਟ ਕੀਤਾ ਜਾਂਦਾ ਕਿਸਾਨ ਲੀਡਰਾਂ ਵੱਲੋਂ। ਹਰ ਵਾਰ ਤਕਰੀਬਨ ਇਨਵਾਈਟ ਕੀਤਾ ਜਾਂਦਾ ਵੀ ਵੱਡੀ ਗਿਣਤੀ 'ਚ ਆਓ, ਵੱਡੀ ਗਿਣਤੀ 'ਚ ਆਓ, ਵੱਡੀ ਗਿਣਤੀ 'ਚ ਆਓ। ਤਾਂ ਇਸ ਵਾਰ ਚੜੂਨੀ ਸਾਹਿਬ ਨੇ ਕਿਹਾ ਵੀ ਉਸ ਤੋਂ ਵੱਡੀ ਗਿਣਤੀ 'ਚ ਆਓ, ਲੋਕ ਆ ਜਾਣਗੇ। 10-12 ਲੱਖ ਦਾ ਬੰਦਾ 26 ਜਨਵਰੀ ਨੂੰ ਆਇਆ ਸੀ, ਜੇ ਇਸ ਵਾਰ 25-30 ਲੱਖ ਹੁੰਦਾ ਕੋਈ ਵੱਡੀ ਗੱਲ ਨਹੀਂ, 25-30 ਲੱਖ ਬੰਦਾ ਆ ਸਕਦਾ, ਪਰ ਉਹਨਾਂ ਨੂੰ ਕੰਟਰੋਲ ਕਿਸ ਤਰ੍ਹਾਂ ਕੀਤਾ ਜਾਊਗਾ। ਤਾਂ ਸਰਕਾਰ ਦੇ ਵਾਸਤੇ ਕਿੱਡੀ ਚੇਤਾਵਨੀ ਹੈ, ਕਿਸਾਨ ਲੀਡਰਾਂ ਦੇ ਵਾਸਤੇ ਕਿੱਡੀ ਵੱਡੀ ਚੁਣੌਤੀ ਹੈ ਇਹ ਇਸ ਵੱਡੇ ਪ੍ਰੋਗਰਾਮ ਨੂੰ ਕਵਰ ਕਰਨਾ। ਸੰਸਦ ਭਵਨ ਜਿਹੜਾ ਕਿ ਭਾਰਤੀ ਸਰਕਾਰ ਦਾ ਇੱਕ ਵੱਡਾ ਜਿਹੜਾ ਕਿ ਸਥਾਨ ਆ, ਉਹਨੂੰ ਘੇਰਨਾ ਕਿਸਾਨਾਂ ਦੇ ਵਾਸਤੇ, ਇਹ ਐਲਾਨ ਕਰ ਦੇਣਾ ਕਿੱਡੀ ਵੱਡੀ ਚੁਣੌਤੀ ਹੈ, ਉਹਨਾਂ ਦਾ ਸਮਾਂ ਦੱਸੂਗਾ। ਔਰ ਨੌਜਵਾਨ ਜਿਹੜੇ ਅਜੇ ਵੀ ਕੁਝ ਤਿਹਾੜ ਜੇਲ੍ਹ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਨੇ, 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਕਿਸਾਨ ਲੀਡਰਾਂ ਨੇ ਰੱਖਿਆ ਸੀ, ਕੁਝ ਜਿਹੜੀਆਂ ਕਿ ਕਮੀਆਂ ਕਰਕੇ, ਕੁਝ ਪੂਰੀਆਂ ਤਿਆਰੀਆਂ ਨਾ ਹੋਣ ਕਰਕੇ, ਕੁਝ ਆਪ ਮੁਹਾਰੇ ਹੋ ਜਾਣ ਕਰਕੇ ਜਿਹੜਾ ਕਿ ਉਹ ਹੋ ਗਿਆ। ਤਾਂ ਕਿ ਇਸ ਪ੍ਰੋਗਰਾਮ ਦੀ ਅਗਵਾਈ ਕਿਸਾਨ ਲੀਡਰ ਕਿੰਨੀ ਜਿਹੜੀ ਕਿ ਉਹ ਜਿਹੜਾ ਕਿ ਸਮਝਦਾਰੀ ਔਰ ਕਿੰਨੀ ਪਲੈਨਿੰਗ ਦੇ ਨਾਲ ਕਰਨਗੇ, ਇਹ ਵੀ ਜਿਹੜੀ ਸਾਡੀ ਜਿਹੜੀ ਨਿਗਾਹ ਹੈਗੀ ਉਹ ਬਣੀ ਰਹੂਗੀ। ਸਾਡੇ ਨਾਲ ਕੁਝ ਹਰਿਆਣੇ ਦੇ ਕਿਸਾਨ ਆਗੂ ਮੌਜੂਦ ਨੇ ਜਿਹੜੇ ਮੀਟਿੰਗ ਦੇ ਵਿੱਚ ਬੈਠੇ ਸੀ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤਾਂ ਸੰਸਦ ਭਵਨ ਦਾ ਐਲਾਨ ਜਿਹੜਾ ਹੈਗਾ ਉਹ ਬਹੁਤ ਵੱਡਾ ਕਿਹਾ ਜਾ ਸਕਦਾ ਹੈ। ਤੁਹਾਨੂੰ ਕੀ ਲੱਗਦਾ ਕਿੱਡੀ ਕੁ ਵੱਡੀ ਜਿਹੜੀ ਚੇਤਾਵਨੀ ਸਰਕਾਰ ਵਾਸਤੇ ਔਰ ਤੁਹਾਡੇ ਵਾਸਤੇ ਕਿਸਾਨ ਲੀਡਰਾਂ ਵਾਸਤੇ ਚੁਣੌਤੀ ਵਰਗਾ ਹੈ, ਕਿਉਂਕਿ ਲੱਖਾਂ ਦੀ ਗਿਣਤੀ 'ਚ ਲੋਕ ਆ ਜਾਣਗੇ ਤਾਂ ਉਹਨਾਂ ਨੂੰ ਕੰਟਰੋਲ ਕਰਨਾ, ਡਿਸਿਪਲਿਨ ਦੇ ਵਿੱਚ रखना कितनी बड़ी गल है। संयुक्त मोर्चा की तरफ से
पहले भी कई बार 4 महीने के अंदर कॉल दी गई है। सभी कॉलों में जनता के प्रति और सरकार के प्रति जो आपने क्वेश्चन किया चुनौती का, वो चुनौतियां तो होती हैं, लेकिन इन चुनौतियों का डट करके सामना किया किसानों ने। कोई भी किसान के द्वारा ऐसा काम नहीं किया गया जिससे भाई सरकार को भी कोई आपत्ति हो या नुकसान पहुंचाने का सरकार किसान का मकसद नहीं है। आने वाली जो हमारी कॉल है संसद घेराव की, उसमें के अंदर पूरे देश के अकेला किसान नहीं, किसान के अलावा सभी वर्ग, सभी धर्मों के लोग, रिटायर्ड कर्मचारी जितने भी हमारी संस्था हैं, ऑपरेटर हैं, ट्रक ऑपरेटर हैं, प्राइवेट स्कूल के हैं, भिन्न भिन्न तरह के हमारे, चाहे वो कर्मचारी हैं या मार्केटिंग बोर्ड के हैं, ये मंडी के जो एसोसिएशन के हैं, आड़ती भाई हैं, पलेदार साथी हैं, उसके अंदर सभी का पहले सहयोग रहा। और आने वाले समय में जो हमारी होगी उस टाइम में सभी का कार्य खेती बाड़ी का समाप्त हो जाएगा। जन जन मात्र शक्ति 3-4 गुना उस पहले से भी ज्यादा आएगी, सभी बच्चे संख्या में होंगे और हमारा इतने मकसद है शांति प्रिय तरीके से जाएंगे। पहले भी हमारा मकसद यही था कोई सरकारी संपत्ति को कोई नुकसान पहुंचाने का किसान शांतिपूर्वक जाओगे, जितना चੜੂਨੀ ਸਾਹਿਬ ਨੇ ਵੀ ਕਿਹਾ, ਤੁਸੀਂ ਸਾਹਿਬ ਨੇ ਕਿਹਾ ਪੈਦਲ ਜਾਇਆ ਜਾਓਗੇ, ਇਸ ਵਾਰ ਟਰੈਕਟਰ ਨਹੀਂ ਜਾਣਗੇ। ਤਾਂ ਜੇ ਸਰਕਾਰ ਰੋਕਦੀ ਹੈ ਤਾਂ ਚੜੂਨੀ ਸਾਹਿਬ ਕਹਿੰਦੇ ਵੀ ਅਸੀਂ ਜਿਹੜੇ ਬੈਰੀਕੇਡ ਹੋਣਗੇ ਪੁੱਟ ਦਾਂਗੇ। ਤਾਂ ਤੁਹਾਨੂੰ ਕੀ ਲੱਗਦਾ ਜੋ ਬੈਰੀਕੇਡ ਪੁੱਟੋਗੇ ਫਿਰ ਸ਼ਾਂਤੀ ਕਿਸ ਤਰ੍ਹਾਂ ਦੀ ਰਹਿ ਜਾਣੀ ਹੈ? नहीं, बैरिकेड तो हम पैदल यात्री जा रहे हैं ना, ਜੇ ਬੈਰੀਕੇਡ ਲੱਗੇ ਹੋਣਗੇ ਜਾਂ ਫਿਰ नहीं बैरिकेड तो सरकार लगाए ना लगाए, बैरिकेड तो पहले भी हमारे को हरियाणा से पंजाब के साथ ही आए थे आप सब लोग 26 को, उस दिन भी बैरिकेड लगा था। वो तो हरियाणा के अंदर एंट्री नहीं करने दे रहे थे, दिल्ली तो बड़ी दूर की बात ਜੇ थी। ਬੈਰੀਕੇਡ ਲੱਗੇ ਹੋਣਗੇ ਤੁਹਾਨੂੰ ਹਟਾ ਕੇ ਪਾਰਲੀਮੈਂਟ ਜਾਣਾ ਹੀ जाना है, ऐलान पक्का है। हाँ, ये पक्का ऐलान है जिसमें कोई शक नहीं है। जब संसद घेराव के ऐलान संयुक्त मोर्चे की तरफ से किया गया है, बैरिकेड लगे ना लगे, हमारा सभी किसानों का एक ही मकसद है संसद का घेराव। ਤੇ 26 ਜਨਵਰੀ ਨੂੰ ਟਰੈਕਟਰ ਮਾਰਚ ਦਾ ਵੀ ਇਸੇ ਤਰ੍ਹਾਂ ਹੀ ਐਲਾਨ ਹੋਇਆ ਸੀ ਵੀ ਅਸੀਂ ਰਿੰਗ ਰੋਡ ਜਾਵਾਂਗੇ, ਹਾਲਾਂਕਿ ਉਹ ਪੁਲਿਸ ਦੇ ਨਾਲ ਜਿਹੜਾ ਰੂਟ ਮੈਪ ਨਹੀਂ ਸੀ ਤੈਅ ਹੋਇਆ, ਕਾਫੀ ਮੀਟਿੰਗਾਂ ਹੋਈਆਂ ਸੀਗੀਆਂ ਜਿਹੜੀਆਂ ਸਫਲ ਨਹੀਂ ਸੀ ਹੋਈਆਂ। ਤਾਂ ਉਦੋਂ ਬੜਾ ਨੁਕਸਾਨ ਹੋਇਆ ਸੰਘਰਸ਼ ਦਾ, ਤੁਹਾਨੂੰ ਵੀ ਪਤਾ ਹੈ, 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਕੰਮ। ਤਾਂ ਇਸ ਵਾਰ ਇੰਜ ਤਾਂ ਨਹੀਂ ਕਹਿੰਦੇ ਜਿੱਦਾਂ ਚੜੂਨੀ ਸਾਹਿਬ ਕਹਿੰਦੇ ਵੀ ਲੋਕ ਆਪਣੇ ਆਪ ਰਾਹ ਲੱਭ ਲੈਣਗੇ, ਤਾਂ ਆਪਣੇ ਆਪ ਲੋਕ ਲੱਭਣਗੇ, ਪਾਰਲੀਮੈਂਟ ਸਿੱਧਾ ਲੋਕ ਪਹੁੰਚਣ ਜਾਂ ਇੱਥੋਂ ਹੀ ਸਪੈਸ਼ਲ ਜਾਇਆ ਜਾਊਗਾ। ਚੁਣੌਤੀ ਕਹਿਣਾ ਸੌਖਾ, ਪਾਰਲੀਮੈਂਟ ਜਾਣਾ ਤਾਂ 26 जनवरी तो ਵੱਡੀ ਚੁਣੌਤੀ ਸਮਝਦੇ ਇਹਨੂੰ। नहीं, कोई बात ही नहीं, चुनौतियों का सामना करना किसान का तो जिस दिन जन्म लेता है किसान अपने किसान के परिवार में, उसी दिन से चुनौतियों का सामना करता है। परमात्मा से भी चुनौतियां सहन करता है। ये राजनीतिक लोगों से तो करनी ही करनी है। ये तो ओलावृष्टि है, आंधी तूफान है, जितने भी किसान अपने 6 महीने की फसल बोते हैं, 6 महीने जब तक नहीं पकती तब तक चुनौतियों का सामना करते हैं। चुनौतियों का सामना किसान डट कर करेगा, कोई तरह का घबराने की जरूरत नहीं है। ਤੁਸੀਂ ਹੁਣ ਦਿੱਲੀ ਤੋਂ ਬਾਹਰ ਬੈਠੇ ਹੋ, ਬਾਈਪਾਸ ਤੇ ਬੈਠੇ ਆਪਾਂ, ਕੁੰਡਲੀ ਤੇ, ਉਧਰ ਲੋਕ ਟਿੱਕਰੀ ਤੇ ਬੈਠੇ, ਗਾਜੀਪੁਰ ਬੈਠੇ, ਤੁਸੀਂ ਜਾਣਾ ਪਾਰਲੀਮੈਂਟ। ਨਵੀਂ ਦਿੱਲੀ ਦੀ ਜਿਹੜੀ ਮੁੱਖ ਸਥਾਨ ਹੈ, ਮੁੱਖ ਜਗ੍ਹਾ, ਬੜੀ ਸਿਕਿਉਰਿਟੀ ਹੈ, ਬੜਾ ਕੁਛ ਹੈ, ਉੱਥੇ ਪਹਿਲੀ ਵਾਰ ਏਡੀ ਵੱਡੀ ਗਿਣਤੀ 'ਚ ਲੋਕ ਜਾਣਗੇ। ਤਾਂ ਇਹਦੇ ਵਾਸਤੇ ਸ਼ਾਇਦ ਤੁਹਾਨੂੰ ਪਰਮਿਸ਼ਨ ਵੀ ਲੈਣੀ ਪਵੇ ਕਿ ਤੁਸੀਂ ਕੋਸ਼ਿਸ਼ ਕਰੋਗੇ ਜਾਂ ਨਹੀਂ ਕਰੋਗੇ। ਜੇ ਸਰਕਾਰ ਤੁਹਾਨੂੰ ਕਹਿੰਦੀ ਵੀ ਨਹੀਂ ਪਰਮਿਸ਼ਨ ਨਹੀਂ, 26 ਜਨਵਰੀ ਨੂੰ ਤੁਸੀਂ ਕਿਹੜਾ ਕਿਹਾ ਸੀ ਵੀ ਅਸੀਂ ਤੁਹਾਡੇ ਤੋਂ ਜਿਹੜਾ ਕਿ ਮਨਜ਼ੂਰੀ ਲੈਣੀ ਹੈ, ਮਨਜ਼ੂਰੀ ਲਓਗੇ ਜਾਂ नहीं लोगे? नहीं, आज कौन सा मजदूरी भी बैठा किसान तो जो आंदोलन करता है कोई भी संस्था है। फिर 26 वास्ते क्यों इन्नियां मीटिंगां कीतियां गई सी मंजूरी लेने वास्ते? उदों नहीं सी मंजूरी मिली, अधूरी जी मंजूरी मिली सी। नहीं, अधूरी सी मिली थी, हम तो उस अधूरी पे भी सहमत थे, लेकिन सरकार के द्वारा आई सुनियोजित ढंग से जो ये बवंडर दिखाया जा रहा है आप जो सरकार के द्वारा, ये किसान उस बवंडर में शामिल नहीं था। जो रूट दिया गया था किसान, इस बार मंजूरी दी आस नहीं की जाऊगी, कोई परमिशन की लोड़ नहीं हैगी, सीधा जाओगे, बस ऐलान कर दोगे? नहीं, ऐलान है जो सरकार का, हम शांति प्रिय तरीके से, हमारे साथियों तो यहाँ तक भी क्या हाथ बांध के जाएंगे, नंगे होकर के, कपड़ा अर्धनंगन होकर के जाने के लिए तैयार हैं। सरकार डंडियां मारे, लाठियां मारे, चाहे वो उसके ऊपर आंसू गैस छोटे, पानी के बहुत सारे छोटे, सभी समस्याओं को, सभी बाधाओं को सहन करते हुए संसद का जो ऐलान किया है वहाँ जाएंगे। संसद जाओगे, कुछ मर्जी हो जाए, ऐलान कर दो, जाओगे? हाँ जी, बिल्कुल जाएंगे जी। ਜੀ ਬਿਲਕੁਲ। ਤਾਂ ਇਹ ਹਰਿਆਣੇ ਤੋਂ ਸੀਗੇ ਕਿਸਾਨ ਆਗੂ ਸੀ, ਆਪਣਾ ਗੱਲ ਕੀਤੀ ਚੜੂਨੀ ਸਾਹਿਬ ਦੇ ਨਾਲ। ਸੰਯੁਕਤ ਕਿਸਾਨ ਮੋਰਚਾ ਨੇ ਇੱਕ ਵੱਡਾ ਫੈਸਲਾ ਕੀਤਾ ਵੀ ਮਈ ਮਹੀਨੇ ਦੇ ਪਹਿਲੇ ਦਿਨਾਂ ਦੇ ਵਿੱਚ ਜਿਹੜਾ ਕਿ ਸੰਸਦ ਭਵਨ ਨੂੰ ਕੂਚ ਕੀਤਾ ਜਾਊਗਾ। ਲੱਖਾਂ ਦੀ ਗਿਣਤੀ 'ਚ ਲੋਕ ਆਓ। 26 ਜਨਵਰੀ ਨੂੰ ਜਿੰਨੇ ਕੁ ਲੋਕ ਆਏ ਸੀ ਉਸ ਤੋਂ ਵੀ ਕਈ ਗੁਣਾ ਆਓ, ਉਸ ਤੋਂ ਵੀ ਵੱਧ ਆਓ, ਔਰ ਆਓ ਅਸੀਂ ਸੰਸਦ ਭਵਨ ਨੂੰ ਕੂਚ ਕਰੀਏ। ਭਾਰਤੀ ਸਰਕਾਰ ਨੂੰ ਦੱਸੀਏ ਵੀ ਕਿਸਾਨ ਬੈਠਾ ਕਿਉਂ ਹੈ, ਨਹੀਂ ਪਰਮਿਸ਼ਨ ਲੈਣੀ, ਜੇ ਬੈਰੀਕੇਡ ਲੱਗਦੇ ਆ ਤੇ ਬੈਰੀਕੇਡ ਤੋੜ ਕੇ ਅਸੀਂ ਅੱਗੇ ਜਾਵਾਂਗੇ। ਇਹ ਕਹਿਣਾ ਗੁਰਨਾਮ ਸਿੰਘ ਚੜੂਨੀ ਦਾ। ਹੁਣ ਲੋਕਾਂ ਦਾ ਜਿਹੜਾ ਕਿ ਇਸ ਗੱਲ ਦੇ ਉੱਤੇ ਰਿਐਕਸ਼ਨ, ਔਰ ਅਗਲੀ ਗੱਲ ਵੀ ਇਹਦੀਆਂ ਤਰੀਕਾਂ ਕਦੋਂ ਐਲਾਨੀਆਂ ਜਾਣਗੀਆਂ, ਸਮਾਂ ਕੀ ਹੋਏਗਾ, ਪੂਰੀ ਪਲੈਨਿੰਗ ਕੀ ਹੋਊਗੀ, ਪੂਰੀ ਜਿਹੜੀ ਆ ਵਿਉਂਤਬੰਦੀ ਹੈ ਸੰਘਰਸ਼ ਦੀ ਕੀ ਹੋਊਗੀ, ਇਹ ਅਜੇ ਆਉਣ ਵਾਲਾ ਸਮਾਂ ਦੱਸੂਗਾ। ਪਰ ਇਹ ਗੱਲ ਜਿਹੜਾ ਕਿ ਮੀਡੀਆ ਰਾਹੀਂ ਨਸ਼ਰ ਹੋਣ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਹੈ ਵੀ 26 ਜਨਵਰੀ ਵੇਲੇ ਜਦੋਂ ਜਿਹੜਾ ਕਿ ਕਿਸਾਨ ਲੀਡਰਾਂ ਨੇ ਕਿਹਾ ਸੀ ਵੀ ਅਸੀਂ ਟਰੈਕਟਰ ਮਾਰਚ ਜਿਹੜਾ ਕਿ ਰਿੰਗ ਰੋਡ ਤੇ ਕਰਨਾ, ਉਸ ਤੋਂ ਬਾਅਦ ਨੌਜਵਾਨ ਜਿਹੜੇ ਆ ਅੱਗੇ ਚਲੇ ਗਏ, ਕਿਸ ਵੀ ਤਰੀਕੇ ਨਾਲ ਵਾਪਰਿਆ ਮਾਹੌਲ। ਉਸ ਤੋਂ ਬਾਅਦ ਕਈਆਂ ਨੂੰ ਗਦਾਰੀ ਦੇ ਸਰਟੀਫਿਕੇਟ ਦਿੱਤੇ ਗਏ, ਕਈਆਂ ਨੂੰ ਸਰਦਾਰੀ ਦੇ ਦਿੱਤੇ ਗਏ। ਤਾਂ ਇਸ ਵਾਰ ਸਰਟੀਫਿਕੇਟ
ਸਰਟੀਫਿਕੇਟ ਇਹ ਜੇਬਾਂ 'ਚ ਹੀ ਰਹਿਣਗੇ ਕਿ ਜੇਬਾਂ 'ਚੋਂ ਬਾਹਰ ਨਾ ਨਿਕਲ ਆਉਣ। ਜੇ ਦੁੱਗਣੇ ਤਿੱਗਣੇ ਲੋਕ ਆਉਣੇ ਆ ਤਾਂ ਉਦੋਂ ਤਾਂ 8-10 ਲੱਖ ਬੰਦਾ ਆਇਆ ਸੀ, ਜੇ 25-30 ਲੱਖ ਬੰਦਾ ਆ ਜਾਂਦਾ। ਸੰਸਦ ਭਵਨ ਜਾਣਾ ਕੋਈ ਛੋਟੀ ਗੱਲ ਨਹੀਂ ਹੈਗੀ, ਸੰਸਦ ਭਵਨ ਦਾ ਘਿਰਾਓ ਕਰਨਾ ਕੋਈ ਛੋਟੀ ਗੱਲ ਨਹੀਂ ਹੈਗੀ, ਪਰ ਜੇ ਏਕਤਾ ਦੇ ਵਿੱਚ ਰਹਿਣਗੇ ਤਾਂ ਕੁਝ ਵੀ ਜਿਹੜਾ ਕਿ ਨਾਮੁਮਕਿਨ ਵੀ ਨਹੀਂ ਹੈਗਾ। ਆਉਣ ਵਾਲਾ ਸਮਾਂ ਦੱਸੇਗਾ ਇਹ ਸੰਘਰਸ਼ ਕਿਸ ਲੀਹ ਤੇ ਜਾਂਦਾ। ਜਿਹੜਾ ਅੱਜ ਐਲਾਨ ਕੀਤਾ ਗਿਆ ਵੀ ਸੰਸਦ ਭਵਨ ਦਾ ਘਿਰਾਓ ਕੀਤਾ ਜਾਊਗਾ, ਤੁਰ ਕੇ ਕੀਤਾ ਜਾਊਗਾ, ਕੋਈ ਵਹੀਕਲ ਨਹੀਂ ਜਾਣਗੇ, ਤਾਂ ਬਹੁਤ ਸਾਰੀਆਂ ਚੁਣੌਤੀਆਂ ਕਿਸਾਨ ਲੀਡਰਾਂ ਵਾਸਤੇ ਨੇ ਵੀ ਉਹਨਾਂ ਦੇ ਲੰਗਰ ਦਾ ਪ੍ਰਬੰਧ ਕਿਸ ਤਰ੍ਹਾਂ ਕਰਨਾ ਹੈ, ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਿਸ ਤਰ੍ਹਾਂ ਕਰਨਾ ਹੈ। ਜੇ ਲੱਖਾਂ ਲੋਕ ਜਾਂਦੇ ਆ ਤਾਂ ਬਿਨਾਂ ਵਹੀਕਲਾਂ ਤੋਂ ਖਾਣ ਪੀਣ ਦਾ ਪ੍ਰਬੰਧ ਕਿਸ ਤਰ੍ਹਾਂ ਕਰਨਾ ਹੈ। 26 ਜਨਵਰੀ ਦੀ ਟਰੈਕਟਰ ਮਾਰਚ ਸਮੇਂ ਜਿਹੜੀਆਂ ਕਮੀਆਂ ਰਹਿ ਗਈਆਂ ਸੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕਵਰ ਕਰਨਾ ਹੈ। ਉਸ ਵਾਰ 6-7 ਵਜੇ ਜਿਹੜੇ ਨੌਜਵਾਨ ਆ ਦਿੱਲੀ ਦੀ ਐਂਟਰੀ ਦੇ ਉੱਤੇ ਜਿਹੜੀਆਂ ਰੂੜੀਆਂ ਦੇ ਢੇਰ ਲੱਗੇ ਹੋ ਜਿਹਨੂੰ ਗਾਰਬੇਜ ਡੰਪ ਆਉਂਦੇ ਆ, ਉੱਥੇ ਨੌਜਵਾਨ ਪਹੁੰਚ ਗਏ ਸੀ, ਪਰ ਸੰਯੁਕਤ ਕਿਸਾਨ ਮੋਰਚਾ ਦੇ ਲੀਡਰ 10 ਵਜੇ ਦੇ ਸਟੇਜ ਦੇ ਕੋਲੇ ਸੀ ਕਿ ਇਸ ਤਰ੍ਹਾਂ ਦੀਆਂ ਇਸ ਵਾਰ ਫਿਰ ਗਲਤੀਆਂ ਦੁਹਰਾਈਆਂ ਤਾਂ ਨਹੀਂ ਜਾਣਗੀਆਂ। ਬਹੁਤ ਵੱਡੀ ਚੁਣੌਤੀ ਜਿਹੜੀ ਆ ਕਿਸਾਨ ਲੀਡਰਾਂ ਵਾਸਤੇ ਵੀ ਆ ਔਰ ਭਾਰਤੀ ਸਰਕਾਰ ਦੇ ਵਾਸਤੇ ਚੇਤਾਵਨੀ ਆ। ਸ਼ੁਕਰੀਆ, ਜੁੜੇ ਰਹੋ KTV UK ਦੇ ਨਾਲ। ਕੁੰਡਲੀ ਬਾਰਡਰ ਤੋਂ ਜਸਵੀਰ ਸਿੰਘ।